ਜਿਹੜੇ ਪਾਕਿਸਤਾਨ ਦੇ ਨੌਜਵਾਨ ਦੋਸਤ ਨੇ ਉਹਨਾਂ ਨੂੰ ਮੇਰਾ ਇੱਕ ਖਾਸ ਪੈਗਾਮ ਹੈ ਕਿ ਡੰਕੀ ਦੇ ਜ਼ਰੀਏ ਕਦੇ ਵੀ ਜਿਹੜਾ ਨਾ ਬਰੂਨੇ ਮੁਲਕ ਜਾਣ ਦੀ ਕੋਸ਼ਿਸ਼ ਨਹੀਂ ਕਰਨੀ। ਡੰਕੀ ਜਿਹੜੀ ਇੱਕ ਬਹੁਤ ਬੜਾ ਮੁਸ਼ਕਲ ਪ੍ਰੋਸੈਸ ਹੈ। ਇਹਦੇ ਵਿੱਚ ਮੈਂ 2012 ਵਿੱਚ ਯਨਾਨ ਤੋਂ ਇਟਲੀ ਜਾ ਰਿਹਾ ਸਾਂ। ਯਨਾਨ ਦਾ ਇਲਾਕਾ ਸੀ, ਪਾਤਰਾ ਉਹਦਾ ਨਾਂ ਸੀ। ਪਾਤਰੇ ਤੋਂ ਉਹਨਾਂ ਸਾਨੂੰ ਬੋਟ 'ਤੇ ਪਾਇਆ, ਪਹਿਲਾਂ 2 ਦਿਨ ਸਮੁੰਦਰ 'ਤੇ ਭਾਈ ਰੱਖਿਆ ਮਕਈ ਦੇ ਵਿੱਚ। ਉਸ ਤੋਂ ਬਾਅਦ ਫਿਰ ਇੱਕ ਛੋਟੀ ਜਿਹੀ ਬੋਟ ਆਈ, ਆਉਂਦੇ ਨੇ ਬੋਟ 'ਤੇ ਤੁਸੀਂ ਬਹਿਣਾ, ਅੱਗੇ ਜਾ ਕੇ ਤੁਹਾਨੂੰ ਵੱਡੇ ਸ਼ਿਪ 'ਤੇ ਬਹਾਉਂਦੇ। ਉਹਨਾਂ ਸਾਨੂੰ ਧੋਖੇ ਨਾਲ ਬਹਾ ਕੇ ਜਨਾਬ ਬੋਟ ਦੇ ਵਿੱਚ ਤੇ ਅੱਗੇ ਲੈ ਗਏ ਨੇ, ਜਾ ਕੇ ਸਮੁੰਦਰ ਦੇ ਵਿੱਚ ਜੇ 2.5 ਕਿਲੋਮੀਟਰ ਚੱਲੀ ਤਾਂ ਅਸੀਂ ਪੁੱਛਿਆ ਵੀ ਸ਼ਿਪ ਕਿੱਧਰ ਗਿਆ। ਉਸ ਤੋਂ ਬਾਅਦ ਇੱਕ ਮਦਰ ਨਾਂ ਦਾ ਬੰਦਾ ਸੀ, ਉਹਨੂੰ ਟ੍ਰੇਨਿੰਗ ਦਿੰਦੇ ਰਹੇ ਨੇ, ਅਤੇ ਮੈਂ ਥੋੜ੍ਹੀ ਬਹੁਤੀ ਜ਼ਬਾਨ ਜਾਣਦਾ ਸਾਂ। ਮੈਂ ਕਿਹਾ ਕਿ ਇਸ ਬੰਦੇ ਜਿਹੜਾ ਬੋਟ ਚਲਾਉਣ ਵਾਲਾ ਨੇ ਨੱਸ ਜਾਣਾ ਹੈ, ਅਤੇ ਬੱਚੇ ਜਿਹੜੇ ਛੋਟੇ ਨੇ ਉਹ ਕਹਿਣ ਲੈ ਕੇ ਚਾਚੇ ਜਿਹੜੇ ਨੇ ਝੂਠ ਮਾਰ ਰਹੇ ਨੇ, ਬੰਦੇ ਨੇ ਨੱਸਣਾ ਕਿਸ ਤਰ੍ਹਾਂ ਸਮੁੰਦਰ ਦੇ ਵਿੱਚ। ਉਹ ਜੇ ਫਿਰ ਸਮੁੰਦਰ ਵਿੱਚ 2.5 ਘੰਟੇ ਬੋਟ ਚੱਲ ਰਹੀ ਹੈ, ਅਤੇ ਉਹਨਾਂ ਦੂਸਰੀ ਬੋਟ ਸਾਈਡ ਤੋਂ ਲਿਆਂਦੀ ਹੈ। ਉਹਨਾਂ ਦੋਵਾਂ ਬੋਟਾਂ ਨੇ ਇਕੱਠਿਆਂ ਕੀਤਾ, ਆਪਸ 'ਚ ਇਕੱਠਿਆਂ ਕਰਕੇ ਪਹਿਲੀ ਬੋਟ ਚਲਾ ਕੇ ਦੂਸਰੀ 'ਚ ਬਹਾਇਆ। ਬਹਾ ਕੇ ਉਹਦੇ ਤੋਂ ਬਾਅਦ ਉਹ ਜਿਹੜੀ ਪਹਿਲੀ ਬੋਟ 'ਚ ਤੇਲ ਪਾਉਣ ਲੱਗ ਪਏ ਨੇ, ਅਤੇ ਉਹਨਾਂ ਬੋਟ ਜਿਹੜੀ ਸਟਾਰਟ ਕਰਕੇ ਦੋਵੇਂ ਕਿਤੇ ਹੋ ਗਏ ਨੇ, ਅਤੇ ਸਪੀਡ ਦੇ ਇੱਕ ਬੋਟ ਨੂੰ ਪਿੱਛੇ ਕਰ ਲਿਆ। ਬਾਕੀ ਅਸੀਂ ਫਿਰ ਜਿਹੜੇ ਸਨ ਬੰਦੇ ਪਾਕਿਸਤਾਨੀ ਇੱਕ ਬੋਟ 'ਤੇ ਰਹਿ ਗਏ, ਉਹ ਪਤਾ ਨਹੀਂ ਲਵਾਨੀਆਂ ਦੇ ਸਨ ਜਾਂ ਰੋਮਾਨੀਆਂ ਦੇ ਸਨ, ਉਹ ਦੋਵੇਂ ਇੱਕ ਬੋਟ 'ਤੇ ਹੋ ਗਏ ਨੇ। ਉਸ ਤੋਂ ਬਾਅਦ ਫਿਰ ਉਹਨਾਂ ਮਦਰ ਨੂੰ ਇਸ਼ਾਰਾ ਕੀਤਾ, ਲਾਈਟ ਬਲਦੀ ਸੀ ਵੀ ਤੁਸੀਂ ਹੁਣ ਆਪੂ ਹੀ ਜਾਣਾ ਹੈ, ਠੀਕ ਹੈ। ਉਹਨੇ ਬੋਟ ਸਟਾਰਟ ਕੀਤੀ ਹੈ, ਬੋਟ ਜਿਹੜੀ ਉਹਨਾਂ ਚੱਕਰ ਲਾ ਦਿੱਤਾ। ਅਗਰ ਸਿੱਧੀ ਸਾਡੀ ਬੋਟ ਰਹਿੰਦੀ ਤਾਂ ਅਸੀਂ ਇਟਲੀ ਪਹੁੰਚ ਜਾਣਾ ਸੀ। ਬੋਟ ਜੇ ਘੁੰਮ ਗਈ ਹੈ ਸਮੁੰਦਰ 'ਚ, ਰਸਤਾ ਤਾਂ ਬਣਿਆ ਕੋਈ ਨਹੀਂ ਸੀ ਹੈ। ਅਸੀਂ ਫਿਰ ਜਿੱਧਰ ਬੋਟ ਜਾਂਦੀ ਰਹੀ ਹੈ, ਅਸੀਂ ਚੱਲੇ ਹਾਂ ਰਾਤ ਦੇ 8 ਵਜੇ, ਕੋਈ ਦੂਸਰੇ ਦਿਨ ਰਾਤ ਦੇ 8 ਵੱਜ ਗਏ ਨੇ। ਬੋਟ ਦੇ ਵਿੱਚ ਤੇਲ ਜਿਹੜਾ ਖਤਮ ਹੋ ਗਿਆ। ਅਸੀਂ ਤਕਰੀਬਨ ਉੱਥੇ ਖਲੋਤੇ ਰਹੇ 11 ਦਿਨ। ਪਾਣੀ ਛਾਣੀ ਪੀਣ ਵਾਲਾ ਕੋਈ ਨਹੀਂ ਸੀ, ਨਾ ਕੋਈ ਖਾਣਾ ਛਾਣ ਸੀ ਬੋਟ ਦੇ ਵਿੱਚ। ਛੋਟੀ ਜਿਹੀ ਬੋਟ ਸੀ, ਬੜੀ ਮੁਸ਼ਕਲ ਨਾਲ ਬੰਦੇ ਬੈਠੇ ਸਨ ਵਿੱਚ। ਇੱਕ ਬੰਦਾ ਜਿਹੜਾ ਕੜੀਆਂ ਦੇ ਨਾਲ ਪਿੰਡ ਉਹਦਾ ਭੰਗਾਲੀ, ਉਹਦਾ ਨਾਂ ਨਹੀਂ ਮੈਨੂੰ ਯਾਦ ਰਿਹਾ। ਉਹ ਬੰਦਾ ਜਿਹੜਾ ਸੀ ਨਾ, ਉਹਨਾਂ ਦਾ ਜ਼ਿਕਰ ਵੀ ਕਰਦਾ ਸੀ ਬੋਟ ਦੇ ਉੱਤੇ ਕੇਬਲ 'ਤੇ ਬਹਿ ਕੇ। ਉਹ ਡਿੱਗਿਆ ਵਿੱਚ ਪਾਣੀ ਦੇ, ਉਹਦਾ ਅਸੀਂ ਹੱਥ ਸ਼ੱਦ ਫੜਿਆ, ਉਹ ਨੱਪਣ ਨਹੀਂ ਹੋਇਆ, ਉਹਦੀ ਡੈਥ ਹੋ ਗਈ ਹੈ। ਉਸ ਤੋਂ ਬਾਅਦ ਜਿਹੜਾ ਨਾ 2 ਬੰਦੇ ਫਿਰ ਉਹਨੂੰ ਜਿਹੜੇ ਨੱਪਣ ਗਏ ਨੇ, ਮਗਰ ਉਹਦਾ ਮਸੇਰ ਸੀ ਇੱਕ, ਉਹਨਾਂ ਰੱਸਾ ਬੰਨ੍ਹ ਕੇ ਨਾ ਬੋਟ ਦੇ ਵਿੱਚੋਂ ਆਪਣੇ ਲੱਕ ਦੇ ਨਾਲ ਅਤੇ ਛਾਲ ਮਾਰੀ ਹੈ। ਉਹ ਰੱਸਾ ਜਿਹੜਾ ਛੋਟਾ ਹੋ ਗਿਆ, ਉਹ ਜਾ ਕੇ ਨੱਪਣ ਲੈਣ ਅਤੇ ਰੱਸਾ ਬੰਦਿਆਂ ਦਾ ਛੁੱਟ ਗਿਆ। ਉਹ ਵੀ ਬੰਦਾ ਜਿਹੜਾ ਉਹਦੇ ਨਾਲ ਮਰ ਗਿਆ। ਅਸੀਂ 11 ਬੰਦੇ ਸਾਂ, ਬਾਕੀ ਬੋਟ ਦੇ ਵਿੱਚ ਕੋਈ ਬੰਦੇ ਜਿਹਨਾਂ ਦੀ ਡੈਥ ਹੋ ਗਈ ਸੀ ਖਾਣੇ ਤੋਂ ਬਗੈਰ ਹੀ। ਉਸ ਤੋਂ ਬਾਅਦ ਫਿਰ ਜਨਾਬ ਬੱਲਾ ਜ਼ਿੰਦਗੀ ਦੇ ਸਾਰਿਆਂ ਨੂੰ ਬਾਈ ਨਾ ਉਹ ਅਸੀਂ ਜਿਹੜਾ ਨਾ ਤਕਰੀਬਨ ਰਾਤੀ 2:30 ਦਾ ਟਾਈਮ ਸੀ। ਬੋਟ ਜਿਹੜੀ ਇੱਕ ਦਫਾ ਇੰਝ ਉਲਟੀ ਹੋਈ ਹੈ, ਅਤੇ ਮੈਂ ਸਮਝਿਆ ਬੋਟ ਗਈ। ਕਿ ਮੈਂ ਬੰਦਾ ਵੀ ਹੋਏ ਸਾਂ, ਇੱਕ ਬੰਦਾ ਵਕਾਸ ਸੀ ਇਸਲਾਮਾਬਾਦ ਦਾ, ਇੱਕ ਬੰਦਾ ਰੱਖ ਬਲੋਚ ਪਿੰਡ ਮੰਡੀ ਬਾਬਲ ਦੀ ਦੇ ਕੋਲ, ਉਹਦਾ ਨਾਂ ਸੀ ਅੰਸਰ। ਉਹ ਜਿਹੜਾ ਸੀ ਹੋਸ਼ ਵਿੱਚ ਸੀ। ਅਸੀਂ 3 ਬੰਦੇ ਅਸੀਂ ਹੋਸ਼ ਵਿੱਚ ਸਨ, ਬਾਕੀ ਜਿਹੜੇ ਬੰਦੇ ਨੇ ਨੀਂਦ ਬੇਹੋਸ਼ ਸਨ। ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਸਾਡੇ ਨਾਲ ਕੀ ਹੁੰਦਾ ਜਾਂ ਕੀ ਨਹੀਂ ਹੋ ਰਿਹਾ। ਮੈਂ ਇੱਕ ਲੱਤ 'ਤੇ ਖਲੋਤਿਆ ਸਾਂ ਕੇਬਲ ਦੇ ਦਰਵਾਜ਼ੇ ਦੇ ਵਿੱਚ। ਬੋਟ ਇੱਕ ਦਫਾ ਇੰਝ ਉਲਟੀ ਹੋਈ ਹੈ, ਅਤੇ ਮੈਂ ਸਮਝਿਆ ਬੋਟ ਗਈ। ਅੱਲਾਹ ਤਾਲਾ ਦੀ ਜ਼ਾਤ ਮੁਸੱਦੇਬਾਲ ਸਬਾਬ ਹੁੰਦੀ ਹੈ। ਉਹ ਮੈਂ ਜਨਾਬ ਅੱਲਾ ਨੇ ਨਾ ਮੁਸੱਦੇਬਾਲ ਸਬਾਬ ਸੀ, ਮੈਨੂੰ ਕਿਹਾ ਕੁਦਰਤ ਨੇ ਗੱਲ ਪਾਈ ਕਿ ਛਾਲ ਮਾਰ ਦੇ। ਮੈਂ ਬੋਟ ਤੋਂ ਜੂੰ ਛਾਲ ਮਾਰੀ, ਬੋਟ ਪੁੱਠੀ ਹੋ ਗਈ ਹੈ। ਉਹ ਮੈਨੂੰ ਪਾ ਨੱਪਦਾ, ਮੈਂ ਕਿਸੇ ਨੂੰ ਪਾ ਨੱਪਣਾ ਆ। ਉਹ ਫਿਰ ਇੰਜੇ ਨਾ ਬੋਟ ਉਲਟੀ ਤੇ ਤੁਸੀਂ ਬਹਿ ਗਏ ਆ। ਉਹ ਬੋਟ ਜਿਹੜੀ ਜਨਾਬ ਇੱਕ ਫਿਰ ਸਾਨੂੰ ਲਾਈਟ ਨਜ਼ਰ ਆਈ ਹੈ ਦੂਰੋਂ, 2 ਕਿਲੋਮੀਟਰ ਤੋਂ। ਪਤਾ ਨਹੀਂ ਉਹਨਾਂ ਸਾਡੀ ਆਵਾਜ਼ ਸੁਣੀ ਜਾਂ ਨਹੀਂ ਸੁਣੀ। ਉਹ ਸਾਡੇ ਕੋਲ ਆਇਆ, ਉਹਨਾਂ ਵੱਡੀ ਲਾਈਟ ਮਾਰੀ। ਉਹ ਟੂਰਿਸਟ ਇੰਗਲੈਂਡ ਦੇ 2 ਲੇਡੀਜ਼ ਸਨ, ਇੱਕ ਜਿਹੜਾ ਜੈਂਟ ਸੀ। ਉਹਨਾਂ ਨੇ ਸਾਨੂੰ ਜਨਾਬ ਫਿਰ ਇਹਨਾਂ ਨੇਵੀ ਨਾਲ ਰਾਬਤਾ ਕੀਤਾ ਇਹਦੇ ਨਾਲ, ਇਟਲੀ ਦੇ ਨਾਲ। ਉਹਨਾਂ ਕਿਹਾ ਕਿ ਸਾਡੀ ਦੂਧ ਨਹੀਂ ਹੈ, ਯਨਾਨ ਦੀ ਦੂਧ ਹੈ, ਅਤੇ ਲਿਆਦਾ ਤੁਸੀਂ ਯਨਾਨ ਦੀ ਨੇਵੀ ਨਾਲ ਰਾਬਤਾ ਕਰੋ। ਉਹਨਾਂ ਯਨਾਨ ਨਾਲ ਰਾਬਤਾ ਕਰਕੇ ਪਿੱਛੇ ਇੱਕ ਬੋਟ ਬੰਨੀ ਹੈ। ਬੋਟ ਬੰਨ੍ਹ ਕੇ ਸਾਡੇ ਦੁਆਲੇ ਜਹਾਜ਼ ਚੱਕਰ ਲਾਉਂਦਾ ਸੀ। ਉਸ ਬੋਟ ਵਿੱਚ ਉਹ ਸਾਨੂੰ ਬਿਠਾ ਲੈਂਦੇ ਸਨ। ਉਹਨਾਂ ਫਿਰ ਬੋਟ ਪਲਾਸਟਿਕ ਦੀ ਬੋਟ 'ਚ ਬਿਠਾਈ ਰੱਖਿਆ। ਫਿਰ ਇੱਕ ਤੁਰਕੀ ਦਾ ਆਇਆ ਜਿਹੜਾ ਵੱਡਾ ਸ਼ਿਪ, ਲੋਡਰ ਸ਼ਿਪ ਸੀ। ਉਹ ਫਿਰ ਉੱਤੇ ਆ ਖਲੋਤਾ, ਇੱਕ ਹੈਲੀਕਾਪਟਰ ਆਇਆ। ਉਹਨਾਂ ਨੇ ਫਿਰ ਰੱਸਾ ਨੱਪ ਕੇ, ਇੱਕ ਬੰਦੇ ਜੈਕਟ ਪਾਈ ਸੀ, ਉਹਦੇ ਨਾਲ ਬਚਿਆ। ਬਾਕੀ ਅਸੀਂ ਬੋਟ ਦੇ ਉੱਤੇ ਬੈਠੇ ਸਾਂ। ਅਸੀਂ ਬਚੇ। ਅਸੀਂ 32 ਬੰਦੇ ਸਾਂ, ਜਿਨ੍ਹਾਂ 'ਚੋਂ ਅਸੀਂ 11 ਬੰਦੇ ਬਚ ਗਏ ਸਾਂ, 21 ਬੰਦੇ ਜਿਹੜੇ ਨੂੰ ਮਰ ਗਏ ਸਨ। ਇਹ ਸਾਡੀ ਜਿਹੜੀ ਦਾਸਤਾਨ ਨੇ। ਉਸ ਤੋਂ ਬਾਅਦ ਜਿਹੜਾ ਇਹਨਾਂ ਡੰਕੀ ਅੱਛਾ ਕੰਮ ਨਹੀਂ, ਜਿਹੜੇ ਅਦਾਰੇ ਮੇਰਾ ਇੰਟਰਵਿਊ ਲੈ ਰਹੇ ਨੇ, ਮੈਂ ਉਹਨਾਂ ਦਾ ਬੜਾ ਮਸ਼ਕੂਰ ਹਾਂ। ਔਰ ਅੱਲਾਹ ਤਾਲਾ ਦੀ ਜ਼ਾਤ ਇਹਨਾਂ ਨੂੰ ਸਿਹਤ ਦੇ, ਤੰਦਰੁਸਤੀ ਦੇ, ਔਰ ਅੱਛਾ ਕੰਮ ਕਰ ਰਹੇ ਨੇ। ਸਾਡੇ ਵਾਮ ਨੂੰ, ਸਾਡੇ ਨੌਜਵਾਨਾਂ ਨੂੰ ਰਹਿਨਮਾਈ ਕਰ ਰਹੇ ਨੇ, ਅਤੇ ਇਹਦਾ ਵੀ ਅੱਗੋਂ ਵੀ ਰਹਿਨਮਾਈ ਕਰਦੇ ਰਹਿਣ।